हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈ ਲਿਸਨਿੰਗ ਫਿਲਿੰਗ ਦਾ ਬਲੈਂਕਸ। ਲਿਸਨਿੰਗ ਫਿਲਿੰਗ ਦਾ ਬਲੈਂਕਸ ਇਜ਼ ਦੀ ਥਰਡ ਮੋਡਿਊਲ ਆਫ ਦੀ ਲਿਸਨਿੰਗ ਸੈਕਸ਼ਨ। ਜਿਹੜਾ ਫਰਸਟ ਮੋਡਿਊਲ ਸੀਗਾ ਉਹ ਸਮਰਾਈਜ਼ ਸਪੋਕਨ ਟੈਕਸਟ ਸੀਗਾ ਤੇ ਨੈਕਸਟ ਜਿਹੜਾ ਮੋਡਿਊਲ ਸੀਗਾ ਸੈਕੰਡ ਮੋਡਿਊਲ ਆਫ ਦੀ ਲਿਸਨਿੰਗ ਸੈਕਸ਼ਨ ਉਹ ਸੀਗਾ ਐਮਸੀਕਿਊ ਮਲਟੀਪਲ ਆਨਸਰਸ ਤੇ ਉਸ ਤੋਂ ਬਾਅਦ ਆਉਂਦਾ ਫਿਲਿੰਗ ਦਾ ਬਲੈਂਕਸ। ਸੋ ਫਿਲਿੰਗ ਦਾ ਬਲੈਂਕਸ ਜਿਹੜਾ ਟੌਪਿਕ ਲਿਸਨਿੰਗ ਦੇ ਵਿੱਚ ਹੈ ਬਹੁਤ ਮੋਸਟ ਇੰਪੋਰਟੈਂਟ ਟੌਪਿਕ ਹੈ because it contribute in listening and the writing section also ਇਹਦੇ ਸਕੋਰਸ ਦੀ ਕੰਟਰੀਬਿਊਸ਼ਨ ਲਿਸਨਿੰਗ ਤੇ ਪਲੱਸ ਰਾਈਟਿੰਗ ਸੈਕਸ਼ਨ ਦੇ ਵਿੱਚ ਵੀ ਹੁੰਦੀ ਹੈ ਤੇ ਸੇਮ ਮਾਰਕਸ ਇਹ ਲਿਸਨਿੰਗ ਨੂੰ ਵੀ ਕੰਟਰੀਬਿਊਟ ਕਰਦਾ ਹੈ ਤੇ ਸੇਮ ਹੀ ਰਾਈਟਿੰਗ ਦੇ ਵਿੱਚ ਵੀ ਕੰਟਰੀਬਿਊਟ ਕਰਦਾ ਹੈ 7 ਮਾਰਕਸ ਕੰਟਰੀਬਿਊਟ ਕਰਦਾ ਹੈ ਤੁਹਾਡੇ ਲਿਸਨਿੰਗ ਨੂੰ ਤੇ 7 ਮਾਰਕਸ ਰਾਈਟਿੰਗ ਦੇ ਵਿੱਚ ਕੰਟਰੀਬਿਊਟ ਕਰਦਾ ਹੈ। ਜਦੋਂ ਵੀ ਤੁਸੀਂ ਲਿਸਨਿੰਗ ਫਿਲਿੰਗ ਦਾ ਬਲੈਂਕਸ ਕਰਦੇ ਹੋ ਤਾਂ ਉਸ ਟਾਈਮ ਤੇ ਜਿਹੜਾ ਸਕਰੀਨ ਤੇ ਤੁਹਾਡਾ ਪੈਰਾਗ੍ਰਾਫ ਸ਼ੋ ਹੁੰਦਾ ਹੈ ਉਹ ਤੁਹਾਡਾ ਸਕਰੀਨ ਤੇ ਪੈਰਾਗ੍ਰਾਫ ਸ਼ੋ ਹੋਏਗਾ ਤੇ ਉਸ ਤੋਂ ਬਾਅਦ ਵਿਦਿਨ 7 to 8 ਸੈਕਿੰਡ ਤੁਹਾਡੀ ਆਡੀਓ ਸਟਾਰਟ ਹੁੰਦੀ ਹੈ। ਮੀਨਸ ਜੋ ਸਕਰੀਨ ਦੇ ਵਿੱਚ ਪੈਰਾ ਲਿਖਿਆ ਹੁੰਦਾ ਹੈ ਸੇਮ ਤੁਹਾਨੂੰ ਆਡੀਓ ਦੇ ਵਿੱਚ ਵੀ ਸੁਣਾਈ ਦਿੰਦਾ ਹੈ ਤੇ ਪਲੱਸ ਉਹਦੇ ਵਿੱਚ ਜਿਹੜੀਆਂ ਬਲੈਂਕਸ ਤੁਹਾਡੀਆਂ ਸਕਰੀਨਸ ਤੇ ਐਮਪਟੀ ਨੇ ਉਹ ਤੁਹਾਨੂੰ ਆਡੀਓ ਦੇ ਵਿੱਚ ਸੁਣਦੀਆਂ ਨੇ। ਸੋ ਤੁਸੀਂ ਉਹ ਸੁਣ ਕੇ ਉਸ ਬਲੈਂਕਸ ਨੂੰ ਫਿਲ ਕਰਨਾ ਹੁੰਦਾ ਹੈ। ਲਿਸਨਿੰਗ ਫਿਲਿੰਗ ਦੇ ਬਲੈਂਕਸ ਦੇ ਵਿੱਚ ਇਹ ਤੁਹਾਡਾ ਟਾਸਕ ਹੁੰਦਾ ਹੈ ਕਿ ਜੋ ਪੈਰਾਗ੍ਰਾਫ ਦੇ ਵਿੱਚ ਬਲੈਂਕਸ ਤੁਸੀਂ ਆਡੀਓ ਦੇ ਵਿੱਚ ਸੁਣਦੇ ਹੋ ਤਾਂ ਉਹ ਬਲੈਂਕਸ ਤੁਸੀਂ ਫਿਲ ਕਰਨੀਆਂ ਹੈ ਐਂਡ ਯੂ ਵਿਲ ਗੈਟ 2 to 3 ਕੁਐਸਚਨਸ ਇਨ ਦੀ ਫਾਈਨਲ ਐਗਜ਼ਾਮ। ਤੁਹਾਨੂੰ 2 ਤੋਂ 3 ਕੁਐਸਚਨਸ ਆਉਂਦੇ ਨੇ ਫਾਈਨਲ ਐਗਜ਼ਾਮ ਦੇ ਵਿੱਚ ਤੇ ਜਿਹੜੀ ਆਡੀਓ ਰਹੇਗੀ ਉਹਦੀ ਜਿਹੜੀ ਡਿਊਰੇਸ਼ਨ ਰਹੇਗੀ ਉਹ 30 to 90 ਸੈਕਿੰਡਸ ਦੇ ਵਿੱਚ ਹੁੰਦੀ ਹੈ। ਮੀਨਸ 1 ਤੋਂ 1.5 ਮਿੰਟ ਦੇ ਵਿੱਚ ਤੁਹਾਡੀ ਆਡੀਓ ਹੋਏਗੀ। ਇਹ ਡਿਪੈਂਡ ਕਰਦਾ ਕਿ ਤੁਹਾਨੂੰ ਬਲੈਂਕਸ ਕਿੰਨੀਆਂ ਨੇ ਤੇ ਜੋ ਵੀ ਆਡੀਓ ਤੁਹਾਨੂੰ ਸੁਣਾਈ ਦੇਗੀ ਉਹ ਸਿਰਫ ਇੱਕ ਵਾਰ ਹੀ ਤੁਸੀਂ ਸੁਣ ਸਕਦੇ ਹੋ, ਬਾਰ-ਬਾਰ ਉਹਨੂੰ ਰਿਪੀਟ ਕਰਕੇ ਨਹੀਂ ਸੁਣ ਸਕਦੇ। ਇਨ ਕੇਸ ਜੇ ਤੁਹਾਨੂੰ ਕੋਈ ਬਲੈਂਕ ਨਹੀਂ ਸੁਣੀ ਹੈਗੀ ਜਾਂ ਤੁਹਾਡਾ ਧਿਆਨ ਕਿਤੇ ਹੋਰ ਸੀਗਾ ਤਾਂ ਐਦਾਂ ਦਾ ਕੋਈ ਚਾਂਸ ਨਹੀਂ ਹੈਗਾ ਕਿ ਤੁਸੀਂ ਉਹਨੂੰ ਦੁਬਾਰਾ ਚਲਾ ਕੇ ਸੁਣ ਲਓ ਤੇ ਦੁਬਾਰਾ ਉਹਨੂੰ ਅਟੈਂਪਟ ਕਰ ਲਓ। ਸੋ ਇਸ ਚੀਜ਼ ਦਾ ਤੁਸੀਂ ਮੇਨ ਧਿਆਨ ਰੱਖਣਾ ਹੈ and your score will be evaluated based on your listening and the writing skills। ਤੁਹਾਡੇ ਸਕੋਰ ਦੀ ਜਿਹੜੀ evaluation ਹੁੰਦੀ ਹੈ ਤੁਹਾਡੀਆਂ listening skills plus writing skills ਦੀ ਹੁੰਦੀ ਹੈ ਤੇ ਇਹ ਸੇਮ ਤੁਹਾਡੇ ਜਿਹੜੇ ਮਾਰਕਸ ਹੈ ਉਹ contribute ਕਰਦਾ listening ਤੇ plus writing ਦੇ ਵਿੱਚ। ਤੇ ਇਹਦੇ ਵਿੱਚ ਕੁਝ ਟਿਪਸ ਐਂਡ ਟ੍ਰਿਕਸ ਹੁੰਦੇ ਨੇ ਫਿਲਿੰਗ ਦਾ ਬਲੈਂਕਸ ਦੇ ਵਿੱਚ ਕਿ ਤੁਸੀਂ ਕਿਵੇਂ ਉਹਨਾਂ ਨੂੰ ਟਿਪਸ ਨੂੰ ਯੂਜ਼ ਕਰਕੇ ਟ੍ਰਿਕਸ ਨੂੰ ਯੂਜ਼ ਕਰਕੇ ਵਧੀਆ ਸਕੋਰਿੰਗ ਕਰ ਸਕਦੇ ਹੋ ਫਿਲਿੰਗ ਦੇ ਬਲੈਂਕਸ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਹੈਗਾ ਹੈਵ ਅ ਲੁੱਕ ਬਿਫੋਰ ਦੀ ਆਡੀਓ ਸਟਾਰਟ ਸਪੈਸ਼ਲੀ ਬਿਫੋਰ ਐਂਡ ਆਫਟਰ ਦੀ ਬਲੈਂਕਸ। ਜਦੋਂ ਵੀ ਤੁਹਾਡੇ ਕੋਲ 7 ਸੈਕਿੰਡਸ ਹੁੰਦੇ ਨੇ ਕਿਉਂਕਿ ਜਦੋਂ ਤੁਹਾਡਾ ਸੈਕੰਡ ਟਾਸਕ ਕੰਪਲੀਟ ਹੋਇਆ ਤਾਂ ਆਟੋਮੈਟਿਕਲੀ ਤੀਜਾ ਟਾਸਕ ਤੁਹਾਡੀ ਸਕਰੀਨ ਤੇ ਆ ਜਾਏਗਾ ਤੇ ਉਹਨਾਂ 7 ਸੈਕਿੰਡਸ ਦੇ ਵਿੱਚ ਤੁਸੀਂ ਇੱਕ ਨਿਗਾਹ ਮਾਰਨੀ ਹੁੰਦੀ ਹੈ ਸਕਰੀਨ ਦੇ ਉੱਪਰ। ਪਹਿਲਾਂ ਤਾਂ ਤੁਸੀਂ ਇਹ ਚੈੱਕ ਕਰਨਾ ਹੈ ਕਿ ਕਿੰਨੀਆਂ ਬਲੈਂਕਸ ਨੇ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਹੈ ਕਿ ਜਿਹੜੀ ਬਲੈਂਕਸ ਦੇ ਵਿੱਚ ਗੱਲ ਹੋ ਰਹੀ ਹੈ ਉਹ ਕਿਹੜੇ ਟੈਂਸ ਦੇ ਵਿੱਚ ਹੋ ਰਹੀ ਹੈ, ਪਾਸਟ ਦੇ ਵਿੱਚ ਚੱਲ ਰਿਹਾ ਹੈ ਜਾਂ ਫਿਊਚਰ ਦੇ ਵਿੱਚ ਚੱਲ ਰਿਹਾ ਹੈ ਜਾਂ ਪ੍ਰੈਜ਼ੈਂਟ ਦੇ ਵਿੱਚ ਚੱਲ ਰਿਹਾ ਹੈ। ਕਿਉਂਕਿ ਉਸੇ ਅਕੋਰਡਿੰਗ ਤੁਸੀਂ ਜਦੋਂ ਫਿਲ ਕਰਦੇ ਹੋ ਤਾਂ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਕਿ ਤੁਸੀਂ ਕਿਹੜੀ ਫਾਰਮ ਵਰਬ ਦੀ ਫਿਲ ਕਰਨੀ ਹੈ। ਸੋ ਹੈਵ ਅ ਲੁੱਕ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਤੁਸੀਂ ਪੈਰਾਗ੍ਰਾਫ ਨੂੰ ਉੱਪਰੋਂ ਦੇਖ ਲਓ ਕਿ ਉਹਦੇ ਵਿੱਚ ਐਕਚੁਅਲ 'ਚ ਹੈ ਕੀ ਹੈ। and keep your eyes and ears open, don't be distract। ਜਦੋਂ ਵੀ ਤੁਸੀਂ listening filling ਦਾ blanks ਕਰਦੇ ਹੋ ਆਪਣੀਆਂ eyes ਤੇ ears ਨੂੰ open ਰੱਖਣਾ ਹੈ। it means ਕਿ ਤੁਹਾਡੀਆਂ eyes ਤੁਹਾਡੀਆਂ screen ਤੇ ਹੋਣੀਆਂ ਚਾਹੀਦੀਆਂ ਨੇ ਤੇ ਤੁਹਾਡੇ ਕੰਨ ਖੁੱਲੇ ਹੋਣੇ ਚਾਹੀਦੇ ਆ ਕਿ ਤੁਸੀਂ ਕੀ ਸੁਣ ਰਹੇ ਹੋ। ਮੀਨਸ ਤੁਸੀਂ ਆਪਣੇ ਮਾਈਂਡ ਨੂੰ ਡਿਸਟਰੈਕਟ ਨਹੀਂ ਕਰਨਾ ਕਿ ਤੁਸੀਂ ਅਗਲੀ ਟਾਸਕ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਹਾਡਾ ਜਿਹੜਾ ਪਿਛਲਾ ਟਾਸਕ ਸੀ ਤੁਸੀਂ ਉਹਦੇ ਬਾਰੇ ਸੋਚ ਰਹੇ ਹੋ। ਐਵੇਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਲਿਸਨਿੰਗ ਦਾ ਫਿਲਿੰਗ ਦਾ ਬਲੈਂਕਸ ਆਉਂਦੀਆਂ ਨੇ ਉਹਦੀ ਆਡੀਓ ਥੋੜੀ ਫਾਸਟ ਹੁੰਦੀ ਹੈ। ਸੋ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰ ਤੁਸੀਂ ਮਿਸ ਕਰ ਦਿੰਦੇ ਹੋ ਜਾਂ ਤੁਹਾਨੂੰ ਸੁਣਦਾ ਨਹੀਂ ਕਿ ਤੁਸੀਂ ਐਕਚੁਅਲ 'ਚ ਆਡੀਓ ਦੇ ਵਿੱਚ ਹੈ ਕੀ ਸੀਗਾ। ਤੇ ਉਸ ਤੋਂ ਬਾਅਦ ਪੁੱਟ ਯੂਰ ਕਰਸਰ ਔਨ ਦੀ ਫਰਸਟ ਬਲੈਂਕ। ਜਦੋਂ ਵੀ ਤੁਸੀਂ ਸਕਰੀਨ ਤੇ ਤੁਹਾਡੇ ਪੈਰਾਗ੍ਰਾਫ ਆ ਗਿਆ ਤਾਂ ਤੁਸੀਂ ਪਹਿਲਾਂ ਸਭ ਤੋਂ ਪਹਿਲੇ ਕਰਸਰ ਨੂੰ ਫਰਸਟ ਬਲੈਂਕ ਦੇ ਵਿੱਚ ਰੱਖਣਾ ਕਿ ਤੁਹਾਡਾ ਟਾਈਮ ਵੇਸਟ ਨਾ ਹੋਵੇ ਕਿਉਂਕਿ ਉਸ ਤੋਂ ਬਾਅਦ ਤੁਹਾਡੇ ਕੋਲ ਹੋਰ ਟਾਸਕ ਵੀ ਨੇ ਲਿਸਨਿੰਗ ਦੇ। ਨਾਓ while listening keep your eyes on the screen and note words on the erasable notepad or you can write directly in the blanks, it depends on you। ਜਦੋਂ ਤੁਹਾਡੀ ਲਿਸਨਿੰਗ ਚੱਲ ਰਹੀ ਹੈ ਜਦੋਂ ਤੁਸੀਂ ਆਡੀਓ ਸੁਣ ਰਹੇ ਹੋ ਤਾਂ ਤੁਹਾਡੇ ਜਦੋਂ ਤੁਹਾਡੀਆਂ ਆਈਜ਼ ਨੇ ਉਹ ਸਕਰੀਨ ਤੇ ਹੋਣੀਆਂ ਚਾਹੀਦੀਆਂ ਨੇ ਪਲੱਸ ਤੁਸੀਂ ਲਿਖਣਾ ਕਾਪੀ ਤੇ ਹੈਗਾ। ਇੱਕ ਜੇ ਤੁਹਾਡੇ ਕੋਲ ਪੋਸੀਬਲ ਹੈ ਮਤਲਬ ਤੁਹਾਡੀ ਕਿੰਨੀ ਕੁ ਪ੍ਰੈਕਟਿਸ ਹੈਗੀ ਹੈ ਤਾਂ ਤੁਸੀਂ ਡਾਇਰੈਕਟਲੀ ਬਲੈਂਕਸ ਦੇ ਵਿੱਚ ਵੀ ਲਿਖ ਸਕਦੇ ਹੋ। ਬਟ ਕਈ ਵਾਰ ਕੀ ਹੁੰਦਾ ਕਿ ਅਸੀਂ ਬਲੈਂਕਸ ਦੇ ਵਿੱਚ ਲਿਖਦੇ ਹਾਂ ਤਾਂ ਸਾਨੂੰ ਕਈ ਵਾਰ ਸਪੈਲਿੰਗ ਦੀ ਕਨਫਿਊਜ਼ਨ ਹੋ ਜਾਂਦੀ ਹੈ ਜਾਂ ਫਿਰ ਸਾਨੂੰ ਇਹ ਹੋ ਜਾਂਦਾ ਕਿ ਸਾਨੂੰ ਨਹੀਂ ਕਲੀਅਰਲੀ ਸੁਣ ਲਿਆ। ਤਾਂ ਬੈਟਰ ਹੈ ਕਿ ਤੁਸੀਂ ਇਰੇਜ਼ੇਬਲ ਜਿਹੜਾ ਤੁਹਾਨੂੰ ਨੋਟਪੈਡ ਮਿਲਦਾ ਤੁਸੀਂ ਉਸ ਤੇ ਲਿਖ ਲਓ ਤੇ ਬਾਅਦ ਦੇ ਵਿੱਚ ਤੁਸੀਂ ਬਲੈਂਕਸ ਦੇ ਵਿੱਚ ਫਿਲ ਕਰ ਦਿਓ।
ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਹਾਨੂੰ ਕਿਵੇਂ ਈਜ਼ੀ ਲੱਗਦਾ ਹੈ। ਬਟ ਜਦੋਂ ਵੀ ਤੁਸੀਂ ਨੋਟਪੈਡ ਤੇ ਲਿਖ ਰਹੇ ਹੋ ਤਾਂ ਤੁਹਾਡੀਆਂ ਜਿਹੜੀਆਂ ਆਈਜ਼ ਨੇ ਉਹ ਸਕਰੀਨ ਤੇ ਹੀ ਹੋਣੀਆਂ ਚਾਹੀਦੀਆਂ, ਤੁਹਾਡਾ ਹੱਥ ਇਰੇਜ਼ੇਬਲ ਨੋਟਪੈਡ ਤੇ ਹੋਣਾ ਚਾਹੀਦਾ ਹੈ, ਕਿਉਂਕਿ ਉਹ ਫਾਸਟ ਇੰਨੀਆਂ ਹੁੰਦੀਆਂ ਕਿ ਜੇ ਤੁਸੀਂ ਨੀਚੇ ਦੇਖ ਕੇ ਲਿਖਣ ਲੱਗੇ ਕਿ ਤੁਸੀਂ ਕੀ ਲਿਖ ਰਹੇ ਹੋ ਤਾਂ ਤੁਹਾਨੂੰ ਅਗਲੀ ਬਲੈਂਕ ਤੁਹਾਡੀ ਮਿਸ ਹੋ ਜਾਏਗੀ। ਸੋ ਤੁਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਵਰਡਸ ਨੂੰ ਨੋਟ ਕਰਦੇ ਹੋ। always note the words in a sequence. It means ਕਿ ਜਿਹੜੀਆਂ ਬਲੈਂਕਸ ਨੇ, ਫੋਰ ਐਗਜ਼ਾਮਪਲ ਤੁਹਾਨੂੰ 5 ਬਲੈਂਕਸ ਨੇ ਪੈਰਾਗ੍ਰਾਫ ਦੇ ਵਿੱਚ, ਤਾਂ ਤੁਸੀਂ ਉਹ ਇੱਕ ਸੀਕੁਐਂਸ ਦੇ ਵਿੱਚ ਨੋਟ ਕਰਨੀਆਂ ਨੇ। ਇਹਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਬਲੈਂਕਸ ਨੂੰ ਨੋਟ ਕਰਦੇ ਹੋ ਤਾਂ ਕਈ ਵਾਰ ਹੁੰਦਾ ਕਿ ਤੁਹਾਡੀ ਕੋਈ ਮਿਸ ਹੋ ਗਈ ਜਾਂ ਤੁਸੀਂ ਪਤਾ ਨਹੀਂ ਕਿਹੜੇ ਸੀਕੁਐਂਸ 'ਚ ਲਿਖਤੀਆਂ ਕਿ ਤੁਹਾਨੂੰ ਜਦੋਂ ਤੁਸੀਂ ਫਿਲ ਕਰਨ ਲੱਗੇ ਤੁਹਾਨੂੰ ਆਪ ਨੂੰ ਨਹੀਂ ਸਮਝ ਆਇਆ ਕਿ ਤੁਸੀਂ ਕਿਹੜੀ ਬਲੈਂਕ ਕਿੱਥੇ ਫਿਲ ਕਰਨੀ ਸੀ। ਸੋ ਤੁਸੀਂ ਇਸ ਚੀਜ਼ ਦਾ ਵੀ ਬਹੁਤ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਵਰਡਸ ਨੂੰ ਨੋਟ ਕਰ ਰਹੇ ਹੋ, ਅਗਰ ਤੁਸੀਂ ਵਰਟੀਕਲੀ ਕਰ ਰਹੇ ਹੋ ਤਾਂ ਵਰਟੀਕਲੀ ਜੇ ਤੁਹਾਡੀ ਬਲੈਂਕ ਮਿਸ ਹੋ ਗਈ ਤਾਂ ਉੱਥੇ ਡੈਸ਼ ਪਾ ਦਿਓ ਕਿ ਇਹ ਵਾਲੀ ਬਲੈਂਕ ਮੇਰੀ ਮਿਸ ਹੋ ਗਈ। ਜੇ ਤੁਸੀਂ ਹੌਰੀਜ਼ੈਂਟਲ ਦੇ ਵਿੱਚ ਕਰ ਰਹੇ ਹੋ, ਮੀਨਸ ਇੱਕੋ ਲਾਈਨ ਦੇ ਵਿੱਚ ਕਰ ਰਹੇ ਹੋ, ਤਾਂ ਉਹਦੇ ਵਿੱਚ ਵੀ ਕੌਮਾ ਪਾ ਕੇ ਲਿਖ ਲਓ ਤਾਂ ਕਿ ਤੁਹਾਨੂੰ ਜਦੋਂ ਲਿਖਣ ਲੱਗੇ ਖੁਦ ਨੂੰ ਸਮਝ ਆ ਜਾਏ, ਕਿਉਂਕਿ ਜੋ ਕਈ ਵਾਰ ਅਸੀਂ ਲਿਖਦੇ ਹਾਂ ਸਾਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕੀ ਲਿਖ ਰਹੇ ਹਾਂ। then make use of grammar, vocab and collocation. ਗ੍ਰਾਮਰ ਦਾ ਯੂਜ਼ ਜ਼ਰੂਰ ਹੋਏਗਾ ਕਿਉਂਕਿ ਉੱਥੇ ਟੈਂਸ ਦੀ ਕਿਹੜੀ ਗੱਲ ਹੋ ਰਹੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ, ਉਸੇ ਦੇ ਅਕੋਰਡਿੰਗ ਤੁਹਾਡੀ ਵਰਬ ਆਏਗੀ, ਕਿਉਂਕਿ ਮੋਸਟਲੀ ਜਿਹੜੀ ਮਿਸਟੇਕ ਹੁੰਦੀ ਹੈ ਸਟੂਡੈਂਟਸ ਦੀ ਉਹ ਐਸ ਦੀ ਹੁੰਦੀ ਹੈ, ਈਡੀ ਦੀ ਹੁੰਦੀ ਹੈ, ਕਿਉਂਕਿ ਸਾਨੂੰ ਕਈ ਵਾਰ ਈਡੀ ਨਹੀਂ ਸੁਣਦਾ ਕਿਉਂਕਿ ਲਾਸਟ ਦੇ ਵਿੱਚ ਈਡੀ ਲੱਗਿਆ ਹੁੰਦਾ ਜਾਂ ਫਿਰ ਐਸ ਤੁਹਾਡਾ ਮਿਸਿੰਗ ਹੋ ਜਾਂਦਾ ਹੈ। ਵਕੈਬ ਦੀ ਨੌਲੇਜ ਹੋਣੀ ਚਾਹੀਦੀ ਹੈ, ਪਲੱਸ ਤੁਹਾਡੀਆਂ ਕੋਲੋਕੇਸ਼ਨਸ। ਕੋਲੋਕੇਸ਼ਨ ਮੀਨਸ ਗਰੁੱਪਿੰਗ ਆਫ ਵਰਡਸ, ਜਿਵੇਂ ਤੁਹਾਡੀਆਂ ਗਰੁੱਪਿੰਗ ਆਫ ਵਰਡਸ ਹੋ ਗਿਆ ਐਡਜੈਕਟਿਵ ਪਲੱਸ ਨਾਊਨ, then noun plus noun, then noun plus verb ਜਾਂ verb plus noun, then verb plus adverbs। ਮੀਨਸ ਜਿਹੜੇ ਵਰਡਸ ਇੱਕੋ ਉਹਦੇ ਸੀਕੁਐਂਸ ਦੇ ਵਿੱਚ ਗਰੁੱਪਿੰਗ ਦੇ ਵਿੱਚ ਆ ਰਹੇ ਨੇ ਉਹ ਤੁਹਾਨੂੰ ਜਿਹੜੀਆਂ ਫ੍ਰੀਕੁਐਂਟਲੀ ਤੁਹਾਡੇ ਯੂਜ਼ ਹੋ ਰਹੇ ਨੇ, ਮਤਲਬ ਉਹ ਤੁਹਾਨੂੰ ਉਹਨਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਇਹਦੇ ਨਾਲ ਜਿਵੇਂ ਤੁਹਾਡੀ ਪਹਿਲਾਂ ਵਰਬ ਦੀ ਗੱਲ ਹੋ ਰਹੀ ਹੈ ਤਾਂ ਨੈਕਸਟ ਤੁਹਾਡਾ ਨਾਊਨ ਹੋ ਸਕਦਾ ਹੈ ਇਨ ਕੇਸ ਜੇ ਤੁਸੀਂ ਕੁਝ ਮਿਸ ਕਰਤਾ, ਜਾਂ ਫਿਰ ਜਿਹੜਾ ਵਰਬ ਹੈ ਉਹਦੇ ਨਾਲ ਐਡਵਰਬ ਵੀ ਆ ਸਕਦਾ ਹੈ। ਇਸ ਤਰ੍ਹਾਂ ਦੀ ਤੁਹਾਨੂੰ ਮਤਲਬ ਗਰੁੱਪਿੰਗ ਆਫ ਵਰਡਸ ਦੀ ਨੌਲੇਜ ਹੋਣੀ ਚਾਹੀਦੀ ਹੈ ਕੋਲੋਕੇਸ਼ਨਸ ਦੀ। ਨੈਕਸਟ ਹੈ ਇਨ ਕੇਸ ਯੂ ਨੋਟ ਹਰਡ ਦੀ ਵਰਡ ਦੈਨ ਮੇਕ ਅ ਗੈਸ। ਇਨ ਕੇਸ ਜੇ ਤੁਹਾਨੂੰ ਨਹੀਂ ਸੁਣਿਆ ਕਿ ਮਤਲਬ ਉਹਦੇ ਵਿੱਚ ਆਡੀਓ ਦੇ ਵਿੱਚ ਕੀ ਬੋਲਿਆ ਗਿਆ ਸੀ ਤਾਂ ਤੁਸੀਂ ਆਪਣੇ ਗੈਸ ਦੇ ਨਾਲ ਉਹਨੂੰ ਫਿਲ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ, ਸੋ ਤੁਸੀਂ ਕਿਸੇ ਵੀ ਬਲੈਂਕ ਨੂੰ ਖਾਲੀ ਨਹੀਂ ਛੱਡਣਾ। ਨੈਕਸਟ ਆਉਂਦਾ ਹੈ ਡੋਂਟ ਲੀਵ ਐਨੀ ਬਲੈਂਕ ਐਮਪਟੀ। ਇਹਦਾ ਮਤਲਬ ਇਹੀ ਸੀਗਾ ਕਿ ਇਹਦੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈ। ਇਨ ਕੇਸ ਜੇ ਤੁਸੀਂ ਕੁਝ ਮਿਸ ਵੀ ਕਰਤਾ, ਤੁਹਾਨੂੰ ਨਹੀਂ ਸੁਣਿਆ, ਤਾਂ ਤੁਸੀਂ ਆਪਣੇ ਅਕੋਰਡਿੰਗ ਆਪਣਾ ਗੈਸ ਲਾ ਕੇ ਉਹਨੂੰ ਫਿਲ ਜ਼ਰੂਰ ਕਰਨਾ ਹੈ। ਡੂ ਨਾਟ ਵੇਸਟ ਟਾਈਮ ਔਨ ਵਨ ਪਰਟੀਕੂਲਰ ਵਰਡ। ਇਨ ਕੇਸ ਜੇ ਤੁਹਾਨੂੰ ਨਹੀਂ ਸੁਣਿਆ, ਤੁਹਾਨੂੰ ਗੈਸ ਵੀ ਨਹੀਂ ਸਮਝ ਆ ਰਿਹਾ ਕਿ ਤੁਸੀਂ ਕੀ ਗੈਸ ਮਾਰਨਾ ਹੈ, ਤਾਂ ਤੁਸੀਂ ਉਸੇ ਚੀਜ਼ ਤੇ ਸਟਕ ਨਹੀਂ ਹੋਣਾ, ਕਿਉਂਕਿ ਆਟੋਮੈਟਿਕਲੀ ਤੁਹਾਡੇ ਅੱਗੇ ਹੋਰ ਵੀ ਟਾਸਕ ਨੇ, ਤੁਹਾਡੇ ਅਗਲੇ ਟਾਸਕ ਦੇ ਬਾਅਦ ਤੁਹਾਡਾ ਜਿਹੜੇ ਟਾਈਮ ਦੀ ਸ਼ਾਰਟੇਜ ਹੋ ਜਾਏਗੀ। ਸੋ ਤੁਸੀਂ ਇੱਕ ਵਾਰ ਉਹਨੂੰ ਟਾਸਕ ਨੂੰ ਕੰਪਲੀਟ ਕਰੋ, ਦੈਨ ਕਲਿੱਕ ਔਨ ਦੀ ਨੈਕਸਟ ਬਟਨ। ਐਟ ਦੀ ਐਂਡ ਰਿਵਿਊ ਵਟ ਯੂ ਹੈਵ ਰਾਈਟ। ਇਹ ਤੁਹਾਡਾ ਬਹੁਤ ਜ਼ਰੂਰੀ ਟੌਪਿਕ ਹੈਗਾ ਕਿ ਜਦੋਂ ਵੀ ਤੁਹਾਡੀਆਂ ਸਾਰੀਆਂ ਬਲੈਂਕਸ ਫਿਲ ਹੋ ਗਈਆਂ ਐਟ ਦੀ ਐਂਡ, ਤਾਂ ਤੁਸੀਂ ਰਿਵਿਊ ਜ਼ਰੂਰ ਕਰਨਾ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਾਨੂੰ ਸਪੈਲਿੰਗਸ ਪਤਾ ਹੁੰਦੇ ਨੇ ਬਟ ਅਸੀਂ ਕਾਹਲੀ ਦੇ ਵਿੱਚ ਉਹਨਾਂ ਨੂੰ ਗਲਤ ਲਿਖ ਦਿੰਦੇ ਹਾਂ। ਮੋਸਟਲੀ ਬੱਚਿਆਂ ਕੋਲ ਇਹ ਪ੍ਰੋਬਲਮ ਆਉਂਦੀ ਹੈ। ਜਦੋਂ ਵੀ ਮੈਂ ਬੱਚਿਆਂ ਨੂੰ ਟੀਚ ਕਰਦੀ ਹਾਂ ਤਾਂ ਉਹਨਾਂ ਦਾ ਹੀ ਹੁੰਦਾ ਕਿ ਉਹਨਾਂ ਨੂੰ ਸੁਣਿਆ ਤਾਂ ਠੀਕ ਸੀ, ਉਹਨਾਂ ਨੂੰ ਸਪੈਲਿੰਗਸ ਵੀ ਪਤਾ ਸੀ, ਬਟ ਉਹਨਾਂ ਨੇ ਲਿਖ ਗਲਤ ਦਿੱਤਾ। ਸੋ ਰਿਵਿਊ ਜ਼ਰੂਰ ਕਰ ਲਓ ਕਿ ਤੁਸੀਂ ਐਕਚੁਅਲ ਦੇ ਵਿੱਚ ਕੀ ਲਿਖਿਆ ਹੈ। ਪ੍ਰੈਕਟਿਸ ਐਜ਼ ਮਚ ਐਜ਼ ਯੂ ਕੈਨ। ਮਤਲਬ ਤੁਸੀਂ ਲਿਸਨਿੰਗ ਦਾ ਫਿਲਿੰਗ ਦਾ ਬਲੈਂਕਸ ਨੂੰ ਤਾਂ ਹੀ ਇੰਪਰੂਵ ਕਰ ਸਕਦੇ ਹੋ ਅਗਰ ਤੁਸੀਂ ਪ੍ਰੈਕਟਿਸ ਕਰਦੇ ਹੋ। ਕਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰ ਰਹੇ ਹੋ, ਕਿੰਨੇ ਤੁਸੀਂ ਮੌਕ ਟੈਸਟ ਦੇ ਰਹੇ ਹੋ, ਕਿੰਨੇ ਤੁਸੀਂ ਸੈਕਸ਼ਨ ਟੈਸਟ ਦਿੱਤੇ ਨੇ। ਔਰ ਉਸ ਤੋਂ ਬਾਅਦ ਲਿਸਨਿੰਗ ਟੂ ਇੰਗਲਿਸ਼ ਆਡੀਓਜ਼ ਟੂ ਇੰਪਰੂਵ ਯੋਰ ਲਿਸਨਿੰਗ ਸਕਿੱਲਸ। ਤੁਸੀਂ ਆਡੀਓ ਸੁਣ ਸਕਦੇ ਹੋ ਆਪਣੀ ਇੰਗਲਿਸ਼ ਸਕਿੱਲ ਲਿਸਨਿੰਗ ਦੀਆਂ ਇੰਪਰੂਵ ਕਰਨ ਲਈ। ਇਨ ਕੇਸ ਇੱਕ ਬਹੁਤ ਇੰਪੋਰਟੈਂਟ ਨੋਟ ਹੈਗਾ, ਇਫ ਯੂ ਲੂਜ਼ ਮਾਰਕਸ ਇਨ ਬਲੈਂਕਸ ਇਟ ਕੈਨ ਇੰਪੈਕਟ ਯੋਰ PTE ਓਵਰਆਲ ਸਕੋਰ। ਜੇ ਤੁਹਾਡੇ ਬਲੈਂਕਸ ਦੇ ਵਿੱਚ ਕੀ ਹੁੰਦਾ ਹੈ ਕਿ ਇਨ ਕੇਸ ਜੇ ਤੁਹਾਨੂੰ 2 ਪੈਰਾਗ੍ਰਾਫਸ ਆ ਰਹੇ ਨੇ ਤਾਂ 2 ਪੈਰਾਗ੍ਰਾਫਸ ਦੇ ਵਿੱਚ 9 ਜਾਂ 10 ਬਲੈਂਕਸ ਨੇ, ਉਹਦੇ ਵਿੱਚ ਤੁਹਾਡੀਆਂ 50% ਹੀ ਕਰੈਕਟ ਹੋ ਰਹੀਆਂ, ਤਾਂ ਤੁਹਾਡਾ ਜਿਹੜਾ PTE ਦਾ ਓਵਰਆਲ ਸਕੋਰ ਹੈ ਉਹ ਵੀ ਇੰਪੈਕਟ ਹੋ ਸਕਦਾ ਹੈ। ਸੋ ਇਹ ਜਿਹੜਾ ਟਾਸਕ ਹੈ ਇਹ ਥੋੜਾ ਜਿਹਾ ਇੰਪੋਰਟੈਂਟ ਟਾਸਕ ਹੈਗਾ ਤੇ ਤੁਸੀਂ ਇਹਦੀ ਜਿਹੜੀ ਤਿਆਰੀ ਕਰਨੀ ਹੈ ਉਹ ਵੀ ਵਧੀਆ ਤਰੀਕੇ ਨਾਲ ਕਰਨੀ ਹੈ। ਤੁਸੀਂ ਟ੍ਰਿਕਸ ਨੂੰ ਯੂਜ਼ ਕਰ ਸਕਦੇ ਹੋ ਤੇ ਪਲੱਸ ਤੁਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਤੁਹਾਨੂੰ ਗ੍ਰਾਮਰ ਦੀ ਨੌਲੇਜ ਇਸ ਟੌਪਿਕ ਵਾਸਤੇ ਹੋਣੀ ਚਾਹੀਦੀ ਹੈ। ਸੋ ਮੈਂ 1-2 ਐਗਜ਼ਾਮਪਲਸ ਲਏ ਨੇ, ਆਪਾਂ ਇੱਕ ਐਗਜ਼ਾਮਪਲ ਕਰਕੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਹੁਣ ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਡਿਸਕਸ ਕਰਦੀ ਹਾਂ। ਜਿਹੜਾ ਮੈਂ ਐਗਜ਼ਾਮਪਲ ਲਿਆ ਉਹ AP ਯੂਨੀ ਤੋਂ ਹੀ ਲਿਆ ਐਗਜ਼ਾਮਪਲ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਤੁਸੀਂ ਜਦੋਂ ਵੀ ਐਗਜ਼ਾਮਪਲ ਲੈਂਦੇ ਹੋ ਤਾਂ ਤੁਸੀਂ ਇੱਥੇ ਰੈਂਡਮ ਤੇ ਕਲਿੱਕ ਕਰਨਾ ਹੈ ਤੇ ਤੁਸੀਂ ਜਿਹੜੀ ਸਪੀਡ ਲੈਣੀ ਉਹ 1.2 ਲੈਣੀ ਹੈ। ਤੇ ਆਪਾਂ ਐਗਜ਼ਾਮਪਲ ਲੈਂਦੇ ਹਾਂ
2 decades ago, Kashmiri houseboat owners rubbed their hands every spring at the prospect of the annual influx of tourists. From May to October, the hyacinth-choked waters of Dal Lake saw flotillas of vividly painted shikaras carrying Indian families, boho Westerners, young travelers and wide-eyed Japanese. Carpet sellers honed their skills, as did purveyors of anything remotely embroidered, while the houseboats initiated by the British Raj provided unusual accommodation. Any foreigners venturing there risked their lives, proved in 1995 when 5 young Europeans were kidnapped and murdered. Annual influx of tourists. Carpet sellers honed their skills. Then next is while the houseboats initiated by the British Raj provided unusual accommodation. Last is any foreigners venturing there risked their lives, proved in 1995. Then submit it and your score is 4/4. Now you have to focus ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਕਿ ਜਿਹੜੀਆਂ ਤੁਹਾਡੀਆਂ ਮਿਸਟੇਕਸ ਹੋ ਸਕਦੀਆਂ ਨੇ, ਜਿਵੇਂ ਫਰਸਟ ਬਲੈਂਕ ਹੈ ਉਹਦੇ ਵਿੱਚ ਤੁਹਾਡੇ ਐਸ ਹੈਗਾ, ਸੋ ਬੱਚੇ ਜਦੋਂ ਸੁਣਦੇ ਨੇ ਤਾਂ ਉਹਨਾਂ ਨੂੰ ਐਸ ਜਾਂ ਸਿੰਪਲ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਿ ਉੱਥੇ ਐਸ ਆਉਣਾ ਹੈ ਜਾਂ ਨਹੀਂ ਆਉਣਾ ਹੈਗਾ। ਤੇ ਜਿਵੇਂ ਇੱਥੇ ਆਪਾਂ ਗੱਲ ਕਰਦੇ ਹਾਂ ਹੌਰਨ, ਸੋ ਇੱਥੇ ਵੀ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦਾ ਹੈ ਕਿ ਉਹਨੇ ਕੀ ਬੋਲਿਆ ਸੀਗਾ। ਦੈਨ ਲਾਈਵਸ ਹੈ ਜਾਂ ਲਾਈਵ ਹੈ, ਇੱਥੇ ਵੀ ਕਈ ਵਾਰ ਸਟੂਡੈਂਟਸ ਨੂੰ ਕਨਫਿਊਜ਼ਨ ਆਉਂਦਾ ਹੈ। ਸੋ ਜਦੋਂ ਵੀ ਤੁਸੀਂ ਬਲੈਂਕਸ ਨੂੰ ਫਿਲ ਕਰਦੇ ਹੋ ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਦੇਖਣਾ ਹੈ ਐਸ ਜਾਂ ਤੁਹਾਡੀ ਈਡੀ ਦੀ ਕੋਈ ਮਿਸਟੇਕ ਨਾ ਹੋਵੇ, ਕਿਉਂਕਿ ਮੋਸਟਲੀ ਜਿਹੜੇ ਮਾਰਕਸ ਕੱਟਦੇ ਨੇ ਉੱਥੇ ਹੀ ਕੱਟਦੇ ਨੇ। ਤੇ ਜਦੋਂ ਤੁਸੀਂ ਨੋਟ ਕਰ ਰਹੇ ਹੋ ਤਾਂ ਤੁਹਾਡੀਆਂ ਜਿਹੜੀਆਂ ਆਈਜ਼ ਨੇ ਉਹ ਸਕਰੀਨ ਤੇ ਹੀ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਨ ਕੇਸ ਜੇ ਤੁਸੀਂ ਦੇਖੋ ਤਾਂ ਜਿਹੜੀ ਫਰਸਟ ਔਰ ਸੈਕਿੰਡ ਬਲੈਂਕ ਹੈ ਉਹਦੇ ਵਿੱਚ ਇੱਕ ਲਾਈਨ ਦਾ ਡਿਫਰੈਂਸ ਹੈਗਾ, ਬਟ ਅਗਰ ਤੁਸੀਂ ਸੈਕਿੰਡ ਥਰਡ ਫੋਰਥ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਸੋ ਤੁਸੀਂ ਉੱਥੇ ਜ਼ਿਆਦਾ ਫੋਕਸ ਕਰਨਾ ਹੈ ਕਿ ਤੁਹਾਡੇ ਹੱਥ ਤੁਹਾਡੇ ਨੋਟਪੈਡ ਤੇ ਹੀ ਹੋਣੇ ਚਾਹੀਦੇ ਨੇ। ਤੇ ਇਨ ਕੇਸ ਜਿਵੇਂ ਤੁਹਾਨੂੰ ਲੱਗਿਆ ਕਿ ਤੁਸੀਂ ਸੈਕਿੰਡ ਬਲੈਂਕ ਲਿਖ ਲਈ ਤਾਂ ਤੀਜੀ ਤੁਹਾਨੂੰ ਨਹੀਂ ਸੁਣੀ ਤਾਂ ਉੱਥੇ ਡੈਸ਼ ਪਾ ਦਿਓ, ਦੈਨ ਫੋਰਥ ਨੂੰ ਨੋਟ ਕਰ ਲਓ। ਕਿਉਂਕਿ ਜਦੋਂ ਤੁਸੀਂ ਅਗਰ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਮੈਨੂੰ ਇਹ ਬਲੈਂਕ ਨਹੀਂ ਸੁਣੀ ਤਾਂ ਤੁਸੀਂ ਜਦੋਂ ਫਿਲ ਕਰ ਰਹੇ ਹੋ ਤਾਂ ਉੱਥੇ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ। ਸੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਇਸ ਤੋਂ ਬਾਅਦ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਲੈਂਕਸ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਹੋਰ ਟੌਪਿਕ 'ਤੇ ਕੋਈ ਵੀਡੀਓ ਬਣਾਵਾਂ ਜੋ ਤੁਹਾਨੂੰ ਨਹੀਂ ਸਮਝ ਆ ਰਿਹਾ, ਤਾਂ ਤੁਸੀਂ ਮੈਨੂੰ ਮੇਰੀ ਮੇਲ ਆਈਡੀ 'ਤੇ ਮੇਲ ਕਰ ਸਕਦੇ ਹੋ, ਜੋ ਕਿ ਮੈਂ ਇੱਥੇ ਮੈਂਸ਼ਨ ਵੀ ਕੀਤੀ ਹੋਈ ਹੈਗੀ ਹੈ। ਤੁਸੀਂ ਆਪਣੇ ਜਿਹੜੇ ਡਾਊਟਸ ਹੈ ਉਹ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਸਕਦੇ ਹੋ, ਜਾਂ ਤੁਹਾਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ, ਪਲੱਸ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਵੀ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਇਸ ਤੋਂ ਬਾਅਦ ਅਗਰ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ। ਐਂਡ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।